ਇੱਕ ਦਿਨ ਮਾਤਾ ਗੁਜਰੀ ਜੀ ਨੇ ਸੁਖਮਣੀ ਸਾਹਿਬ ਦਾ ਪਾਠ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਲਾਲ ਜੀ, ਇਹ ਜੋ ਆਪ ਜੀ ਦੇ ਦਾਦਾ ਜੀ ਨੇ ਸੁਖਮਣੀ ਸਾਹਿਬ ਵਿੱਚ ਲਿਖਿਆ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਜਿਹੜਾ ਸੋਨੇ ਤੇ ਮਿੱਟੀ ਨੂੰ ਅਤੇ ਅੰਮ੍ਰਿਤ ਤੇ ਜ਼ਹਿਰ ਨੂੰ ਇੱਕ ਸਮਾਨ ਸਮਝਦਾ ਹੈ, ਜੇ ਕੋਈ ਇਹੋ ਜਿਹਾ ਸੰਤ ਭਗਤ ਪੁਰਸ਼ ਹੈ ਤਾਂ ਮੈਨੂੰ ਉਹਨਾਂ ਦੇ ਦਰਸ਼ਨ ਕਰਾਓ। ਮਾਤਾ ਜੀ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਮਾਤਾ ਜੀ, ਇਹੋ ਜਿਹੇ ਉੱਤਮ ਰਹਿਣੀ ਵਾਲੇ ਸ੍ਰੇਸ਼ਟ ਪੁਰਸ਼ ਦੇ ਦਰਸ਼ਨ ਤੁਹਾਨੂੰ ਕੱਲ ਰੋਟੀ ਖਾਣ ਤੋਂ ਪਹਿਲਾਂ ਹੀ ਹੋ ਜਾਣਗੇ। ਇਸ ਸਮੇਂ ਭਾਈ ਰਾਮ ਕੁੰਵਰ, ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਪਿਆ, ਸ਼੍ਰੀ ਅੰਮ੍ਰਿਤਸਰ ਬੀੜ ਬੁੱਢਾ ਵਿੱਚ ਬਰਾਜਦੇ ਸਨ। ਆਪ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਬ੍ਰਹਮ ਗਿਆਨੀ ਦੀ ਅਵਸਥਾ ਵਾਲੇ ਗੁਰੂ ਘਰ ਦੇ ਮੁਖੀ ਸਿੱਖਾਂ ਵਿੱਚੋਂ ਇੱਕ ਸਨ। ਆਪ ਜੀ ਨੇ ਮਾਤਾ ਜੀ ਅਤੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਅੰਮ੍ਰਿਤਸਰ ਤੋਂ ਹੀ ਜਾਣ ਕੇ ਸਵੇਰੇ ਅਨੰਦਪੁਰ ਜਾਣ ਦੀ ਤਿਆਰੀ ਕਰ ਲਈ। ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਤੁਸੀਂ ਆਪਣੀ ਤਿਆਰੀ ਕਰਕੇ ਸਾਡੇ ਪਿੱਛੇ ਆ ਜਾਣਾ, ਸਾਨੂੰ ਸਤਿਗੁਰੂ ਜੀ ਵੱਲੋਂ ਮਾਤਾ ਜੀ ਪਾਸ ਪਹੁੰਚਣ ਦਾ ਛੇਤੀ ਹੁਕਮ ਹੈ। ਰਾਤ ਤਿਆਰੀ ਕਰਕੇ ਬਾਬਾ ਜੀ ਸੌਂ ਗਏ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਪਾਠ ਕਰਕੇ ਘੋੜ ਸਵਾਰ ਹੋ ਕੇ ਅਨੰਦਪੁਰ ਨੂੰ ਚੱਲ ਪਏ। ਜਦ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਬਾਬਾ ਜੀ ਅਜੇ ਅਨੰਦਪੁਰ ਤੋਂ 25 ਕੋਹ ਦੂਰ ਸਨ। ਉਧਰ ਮਾਤਾ ਗੁਜਰੀ ਜੀ ਬਿਨਾਂ ਜਲ ਪਾਨ ਕੀਤੇ ਬੈਠੇ ਆਪ ਜੀ ਦੀ ਉਡੀਕ ਕਰ ਰਹੇ ਸਨ। ਜਦ ਦੁਪਹਿਰ ਹੋ ਗਈ ਤਾਂ ਮਾਤਾ ਜੀ ਸੇਵਕ ਨੂੰ ਗੁਰੂ ਜੀ ਪਾਸ ਭੇਜਿਆ ਕਿ ਤੁਹਾਡਾ ਬਚਨ ਮੰਨ ਕੇ ਮੈਂ ਬਿਨਾਂ ਅੰਨ ਜਲ ਛਕਣ ਦੇ ਉਡੀਕ ਰਹੀ ਹਾਂ, ਪਰ ਅਜੇ ਤੱਕ ਉਹ ਮਹਾਂਪੁਰਸ਼ ਨਹੀਂ ਆਏ ਜਿਨ੍ਹਾਂ ਦੇ ਦਰਸ਼ਨ ਕਰਾਉਣ ਵਾਸਤੇ ਤੁਸੀਂ ਮੈਨੂੰ ਆਖਿਆ ਸੀ। ਹੁਣ ਜੇ ਆਖੋ ਤਾਂ ਪ੍ਰਸ਼ਾਦ ਤਿਆਰ ਕਰਕੇ ਛਕ ਲਵਾਂ। ਦਿਨ ਢਾਲੇ ਪੈ ਗਿਆ ਹੈ, ਮਹਾਂਪੁਰਸ਼ ਪਤਾ ਨਹੀਂ ਆਉਣ ਕਿ ਨਾ ਆਉਣ। ਸਤਿਗੁਰੂ ਜੀ ਨੇ ਆਖਿਆ, ਮਾਤਾ ਜੀ, ਤੁਹਾਡਾ ਮਨੋਰਥ ਧਨ ਹੈ, ਤੁਸੀਂ ਇਤਨੇ ਖੁੱਲੇ ਦਿਲ ਨਾਲ ਉਡੀਕ ਕੀਤੀ ਹੈ। ਤੁਸੀਂ ਸੋਹਣੇ ਸੁੰਦਰ ਰਸਦਾਇਕ ਭੋਜਨ ਤਿਆਰ ਕਰਕੇ ਜਦ ਥਾਲ ਪਰੋਸਣ ਲੱਗੋਗੇ ਤਾਂ ਸ਼ੀਘਰ ਹੀ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੋਗੇ। ਹੁਣ ਉਹਨਾਂ ਦੇ ਆਉਣ ਵਿੱਚ ਕੋਈ ਦੇਰੀ ਨਹੀਂ, ਤੁਸੀਂ ਸ਼ਰਧਾ ਨਾਲ ਆਪਣੀ ਤਿਆਰੀ ਕਰੋ। ਗੁਰੂ ਜੀ ਦਾ ਸੁਨੇਹਾ ਸੁਣ ਕੇ ਮਾਤਾ ਜੀ ਨੇ ਭੋਜਨ ਤਿਆਰ ਕਰਨ ਵਾਸਤੇ ਤਤਕਾਲ ਹੀ ਰਸੋਈਏ ਲਾ ਦਿੱਤੇ। ਜਦ ਨਾਨਾ ਪ੍ਰਕਾਰ ਦਾ ਭੋਜਨ ਤਿਆਰ ਹੋ ਗਿਆ ਤਾਂ ਮਾਤਾ ਜੀ ਨੇ ਉਹਨਾਂ ਨੂੰ ਬੜੇ ਪ੍ਰੇਮ ਭਾਵ ਨਾਲ ਥਾਲਾਂ ਵਿੱਚ ਪਰੋਸਣਾ ਸ਼ੁਰੂ ਕੀਤਾ। ਉਧਰ ਜਦ ਮਾਤਾ ਜੀ ਦੀ ਇਹ ਸਾਰੀ ਤਿਆਰੀ ਬਾਬਾ ਰਾਮ ਕੰਵਰ ਜੀ ਨੇ ਅਨੰਦਪੁਰ ਤੋਂ 25 ਕੋਹ ਦੂਰ ਹੀ ਆਪਣੀ ਗਿਆਨ ਸ੍ਰਿਸ਼ਟੀ ਨਾਲ ਜਾਣ ਲਈ ਤਾਂ ਆਪ ਜੀ ਨੇ ਵਿਚਾਰਿਆ ਕਿ ਜੇ ਹੁਣ ਵੇਲੇ ਸਿਰ ਨਾ ਪਹੁੰਚੇ ਤਾਂ ਸਾਡਾ ਜਾਣਾ ਬਿਰਥਾ ਹੋ ਜਾਊ, ਪਰ ਕਰਾਮਾਤ ਤੋਂ ਬਿਨਾਂ ਐਡੀ ਛੇਤੀ ਪਹੁੰਚਣਾ ਵੀ ਕਠਿਨ ਹੈ। ਹੁਣ ਉਸੇ ਤਰ੍ਹਾਂ ਹੀ ਕਰਨਾ ਠੀਕ ਹੈ ਜਿਵੇਂ ਸਤਿਗੁਰੂ ਜੀ ਨੂੰ ਪ੍ਰਵਾਨ ਹੋਵੇ। ਇਸ ਫੁਰਨੇ ਦੇ ਨਾਲ ਹੀ ਬਾਬਾ ਜੀ ਨੇ ਤਤਛਿਨ ਹੀ ਅਨੰਦਪੁਰ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਉੱਤੇ ਸੀਸ ਜਾ ਰੱਖਿਆ। ਸਤਿਗੁਰੂ ਜੀ ਨੇ ਕੁਸ਼ਲ ਆਨੰਦ ਪੁੱਛ ਕੇ ਸਤਿਕਾਰ ਨਾਲ ਆਖਿਆ, ਜਾਓ ਪ੍ਰਸ਼ਾਦ ਛਕੋ, ਮਾਤਾ ਜੀ ਉਡੀਕ ਕਰ ਰਹੇ ਹਨ। ਬਾਬਾ ਜੀ ਨੇ ਮਹਿਲਾਂ ਵਿੱਚ ਪਹੁੰਚ ਕੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਖਿਆ, ਮਾਤਾ ਜੀ, ਸਾਨੂੰ ਪ੍ਰਸ਼ਾਦ ਛਕਾਓ, ਬਹੁਤ ਭੁੱਖ ਲੱਗੀ ਹੈ। ਮਾਤਾ ਜੀ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਭੋਜਨ ਦਾ ਥਾਲ ਪਰੋਸ ਕੇ ਆਪ ਜੀ ਦੇ ਅੱਗੇ ਰੱਖ ਕੇ ਆਪ ਪੱਖਾ ਝੱਲਦੇ ਰਹੇ। ਜਦ ਬਾਬਾ ਜੀ ਨੇ ਪ੍ਰਸ਼ਾਦ ਛਕ ਕੇ ਚੁੱਲ੍ਹਾ ਕਰ ਲਿਆ ਤਾਂ ਮਾਤਾ ਜੀ ਨੇ ਆਪ ਨੂੰ ਪੁੱਛਿਆ ਕਿ ਬਾਬਾ ਜੀ, ਆਪ ਅੰਮ੍ਰਿਤਸਰ ਤੋਂ ਏਡੀ ਛੇਤੀ ਕਿਸ ਤਰ੍ਹਾਂ ਆ ਗਏ ਹੋ? ਆਪ ਜੀ ਨੇ ਉੱਤਰ ਦਿੱਤਾ, ਮਾਤਾ ਜੀ, ਅਸੀਂ ਗੁਰੂ ਸਾਹਿਬ ਦੇ ਵਸ ਹਾਂ, ਜਿਸ ਤਰ੍ਹਾਂ ਲਿਆਉਂਦੇ ਹਨ ਉਸੇ ਤਰ੍ਹਾਂ ਹੀ ਆ ਜਾਂਦੇ ਹਾਂ। ਜਦ ਰਾਮ ਕੰਵਰ ਜੀ ਸਤਿਗੁਰੂ ਜੀ ਪਾਸ ਆ ਬੈਠੇ ਤਾਂ ਆਪ ਜੀ ਨੇ ਬਾਬਾ ਜੀ ਦਾ ਬਹੁਤ ਸਤਿਕਾਰ ਕੀਤਾ, ਕੁਸ਼ਲ ਆਨੰਦ ਪੁੱਛਿਆ ਤੇ ਆਖਿਆ ਕਿ ਤੁਸਾਂ ਗੁਰਸਿੱਖੀ ਦੇ ਆਸਰੇ ਹੋ। ਤੁਸੀਂ ਅਨੇਕਾਂ ਬੰਦਿਆਂ ਨੂੰ ਗੁਰਸਿੱਖੀ ਦੇ ਰਾਸਤੇ ਪਾ ਕੇ ਉਤਾਰਿਆ। ਤੁਹਾਡੇ ਵੱਡੇ ਬਾਬਾ ਬੁੱਢਾ ਜੀ ਆਪ ਸਦਾ ਹੀ ਸਿੱਖੀ ਵਿੱਚ ਇੱਕ ਰਸ ਰਹੇ ਅਤੇ ਹੋਰਨਾਂ ਸਿੱਖਾਂ ਦੇ ਕਲੇਸ਼ ਆਦਿ ਦੁੱਖ ਦੂਰ ਕਰਦੇ ਰਹੇ। ਉਹ ਬੜੇ ਮਹਾਤਮਾ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਲੇਸ਼ ਮਾਤਰ ਜਗਤ ਦਾ ਕੋਈ ਵਿਕਾਰ ਨਹੀਂ ਛੂਹਿਆ। ਸ਼੍ਰੀ ਰਾਮ ਕੁੰਵਰ ਜੀ ਨੇ ਆਪਣੇ ਵੱਡੇ ਬਾਬਾ ਬੁੱਢਾ ਜੀ ਦੀ ਵਡਿਆਈ ਸੁਣ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਿਆ ਕਿ ਇਹ ਸਭ ਕੁਝ ਆਪ ਜੀ ਦੀ ਕਿਰਪਾ ਹੈ ਜੋ ਤੁਸੀਂ ਸਾਨੂੰ ਨਵਾਜਦੇ ਹੋ। ਸਤਿਗੁਰੂ ਜੀ ਨੇ ਸ਼੍ਰੀ ਰਾਮ ਕੰਵਰ ਜੀ ਨੂੰ ਬੜੇ ਸਨਮਾਨ ਨਾਲ ਇੱਕ ਸੁੰਦਰ ਮੰਦਿਰ ਵਿੱਚ ਡੇਰਾ ਕਰਵਾ ਦਿੱਤਾ। 4 ਦਿਨ ਪਿੱਛੋਂ ਬਾਬਾ ਜੀ ਦੀ ਸੰਗਤ ਵੀ ਅੰਮ੍ਰਿਤਸਰ ਤੋਂ ਬਾਬਾ ਜੀ ਪਾਸ ਅਨੰਦਪੁਰ ਪਹੁੰਚ ਗਈ। ਉਹਨਾਂ ਦਾ ਡੇਰਾ ਵੀ ਬਾਬਾ ਜੀ ਨੇ ਆਪਣੇ ਪਾਸ ਹੀ ਕਰਵਾ ਲਿਆ। ਸਤਿਗੁਰੂ ਜੀ ਦੂਸਰੇ ਦਿਨ ਦੀਵਾਨ ਵਿੱਚ ਬਿਰਾਜਮਾਨ ਹੋ ਰਹੇ ਸਨ। ਸਾਰੇ ਦੇਸ਼ ਪ੍ਰਦੇਸ਼ ਦੇ ਸਿੱਖ ਦਰਸ਼ਨ ਕਰਨ ਵਾਸਤੇ ਆਣ ਕੇ ਮੱਥਾ ਟੇਕ ਕੇ ਆਪਣੀਆਂ ਭੇਟਾਂ ਅਰਪਣ ਕਰ ਰਹੇ ਸਨ।
ਭਾਈ ਰਾਮ ਕੰਵਰ ਜੀ ਵੀ ਆਪਣੀ ਸੰਗਤ ਲੈ ਕੇ ਸਤਿਗੁਰੂ ਜੀ ਦੇ ਹਜ਼ੂਰ ਆ ਗਏ। ਸਭ ਸਿੱਖਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਦੀਵਾਨ ਵਿੱਚ ਬੈਠ ਗਏ। ਸਤਿਗੁਰੂ ਜੀ ਨੇ ਖਜ਼ਾਨਚੀ ਨੂੰ ਹੁਕਮ ਦੇ ਕੇ 1000 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਜਦ ਕੜਾਹ ਪ੍ਰਸ਼ਾਦ ਦੇ ਕੜਾਹੇ ਦੀਵਾਨ ਵਿੱਚ ਆ ਗਏ ਤਾਂ ਆਪ ਜੀ ਨੇ ਕੜਾਹਿਆਂ ਵੱਲ ਵੇਖ ਕੇ ਹੁਕਮ ਕੀਤਾ ਕਿ ਇਹ ਕੜਾਹ ਪ੍ਰਸ਼ਾਦ ਵੰਡਿਆ ਨਹੀਂ ਜਾ ਸਕਦਾ, ਜਿਤਨਾ ਕਿਸੇ ਪਾਸੋਂ ਲੁੱਟਿਆ ਜਾਵੇ ਹਿੰਮਤ ਨਾਲ ਲੁੱਟ ਕੇ ਖਾ ਲਵੇ। ਇਹ ਬਚਨ ਕਰਕੇ ਆਪਣੇ ਮਹਿਲਾਂ ਨੂੰ ਚਲੇ ਗਏ ਅਤੇ ਪਿੱਛੋਂ ਸਿੱਖਾਂ ਨੇ ਕੜਾਹ ਪ੍ਰਸ਼ਾਦ ਦੀ ਲੁੱਟ ਮਚਾ ਦਿੱਤੀ। ਜਿਤਨਾ ਕਿਸੇ ਦੇ ਹੱਥ ਆਇਆ ਉਤਨਾ ਹੀ ਉਹ ਆਪਣੇ ਡੇਰੇ ਲੈ ਗਿਆ। ਬਲਵਾਨ ਸਿੱਖ ਬਹੁਤਾ ਪ੍ਰਸ਼ਾਦ ਲੈ ਗਏ ਅਤੇ ਕਮਜ਼ੋਰਾਂ ਦੇ ਮਸਾਂ ਹੱਥਾਂ ਨੂੰ ਹੀ ਲੱਗਾ। ਭਾਈ ਰਾਮ ਕੰਵਰ ਜੀ ਇਸ ਸਮੇਂ ਸਮਾਧੀ ਲਾ ਕੇ ਬੈਠੇ ਰਹੇ ਅਤੇ ਉਹਨਾਂ ਦੀ ਸੰਗਤ ਵੀ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਪਾਸ ਹੀ ਬੈਠੀ ਰਹੀ। ਇਹ ਗੱਲ ਸਾਰੇ ਹੀ ਫੈਲ ਗਈ ਕਿ ਭਾਈ ਰਾਮ ਕੰਵਰ ਜੀ ਅਤੇ ਉਹਨਾਂ ਦੀ ਸੰਗਤ ਨੇ ਤਿਹਾਵਲ ਨਹੀਂ ਲੁੱਟਿਆ, ਚੁੱਪ ਕਰਕੇ ਬੈਠੇ ਹੀ ਰਹੇ ਹਨ। ਜਦ ਇਹ ਗੱਲ ਮਾਤਾ ਗੁਜਰੀ ਜੀ ਨੇ ਸੁਣੀ ਤਾਂ ਉਹਨਾਂ ਨੇ ਵਿਚਾਰਿਆ ਕਿ ਜਿਨ੍ਹਾਂ ਮਹਾਪੁਰਸ਼ਾਂ ਦੇ ਮਿੱਟੀ ਅਤੇ ਸੋਨਾ ਬਰਾਬਰ ਹੈ, ਦੁੱਖ ਸੁੱਖ ਵਿੱਚ ਇੱਕਸਾਰ ਬਿਰਤੀ ਟਿਕੀ ਰਹਿੰਦੀ ਹੈ, ਉਹਨਾਂ ਅੱਗੇ ਇਹ ਤਿਹਾਵਲ ਤੁੱਛ ਗੱਲ ਹੈ। ਮਾਤਾ ਜੀ ਨੇ ਕਿਹਾ, ਭਾਈ ਰਾਮ ਕੰਵਰ ਜੀ ਧੰਨ ਹਨ, ਜਿਨ੍ਹਾਂ ਨੂੰ ਵੱਡੇ ਭਾਗਾਂ ਕਰਕੇ ਐਸੀ ਬਿਰਤੀ ਪ੍ਰਾਪਤ ਹੋਈ ਹੈ। ਉਹ ਪਰਮੇਸ਼ਰ ਦਾ ਰੂਪ ਹਨ, ਜਿਨ੍ਹਾਂ ਦੇ ਹਰਖ ਅਤੇ ਸੋਗ ਦੋਵੇਂ ਨਾਸ਼ ਹੋ ਗਏ ਹਨ। ਮਾਤਾ ਜੀ ਨੇ ਇਹ ਗੱਲਾਂ ਆਪਣੇ ਪਾਸ ਰਹਿਣ ਵਾਲੀਆਂ ਬੀਬੀਆਂ ਨਾਲ ਕੀਤੀਆਂ। ਦੂਸਰੇ ਦਿਨ ਜਦ ਫੇਰ ਸਤਿਗੁਰੂ ਜੀ ਦਾ ਦੀਵਾਨ ਲੱਗਾ ਅਤੇ ਭਾਈ ਰਾਮ ਕੰਵਰ ਜੀ ਵੀ ਆਪਣੀ ਸੰਗਤ ਸਹਿਤ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੇ ਸਥਾਨ ਤੇ ਬੈਠ ਗਏ ਤਾਂ ਸਤਿਗੁਰੂ ਜੀ ਨੇ ਭਾਈ ਜੀ ਦੀ ਸੰਗਤ ਨੂੰ ਪੁੱਛਿਆ, ਤੁਸਾਂ ਕੜਾਹ ਪ੍ਰਸ਼ਾਦ ਕਿਉਂ ਨਹੀਂ ਲੁੱਟਿਆ? ਤੁਹਾਡੇ ਮਨ ਵਿੱਚ ਤਾਂ ਸਵਾਦਾਂ ਦੀ ਇੱਛਾ ਬਣ ਰਹੀ, ਜੇ ਖਾ ਲੈਂਦੇ ਤਾਂ ਇੱਛਾ ਮਿਟ ਜਾਂਦੀ। ਫੇਰ ਆਪ ਜੀ ਨੇ ਭਾਈ ਰਾਮ ਕੰਵਰ ਜੀ ਵੱਲ ਵੇਖ ਕੇ ਫਰਮਾਇਆ, ਤੁਸਾਂ ਕਿਉਂ ਤਿਹਾਵਲ ਲੁੱਟ ਕੇ ਨਹੀਂ ਖਾਧਾ? ਇਸ ਤਰ੍ਹਾਂ ਇੱਕ ਤੁਸਾਂ ਸਾਡੀ ਆਗਿਆ ਭੰਗ ਕੀਤੀ ਹੈ, ਦੂਜੇ ਮਨ ਭਾਉਂਦਾ ਸੁਖਦਾਇਕ ਖਾਣਾ ਨਹੀਂ ਖਾਧਾ, ਇਹ ਤੁਸਾਂ ਦੰਭ ਕੀਤਾ ਹੈ। ਭਾਈ ਜੀ ਨੇ ਕਿਹਾ, ਇਸ ਸਮੇਂ ਕਲਯੁੱਗ ਵਰਤ ਰਿਹਾ ਹੈ, ਅਸੀਂ ਇਸ ਕਰਕੇ ਨਹੀਂ ਸੀ ਉੱਠੇ। ਸਤਿਗੁਰੂ ਜੀ ਨੇ ਕਿਹਾ, ਜਿਸ ਕਲਯੁੱਗ ਤੋਂ ਡਰ ਕੇ ਤੁਸਾਂ ਕੜਾਹ ਨਹੀਂ ਲੁੱਟਿਆ, ਉਹ ਦਰਵਾਜ਼ਿਆਂ ਅਤੇ ਕਿਲਿਆਂ ਤੋਂ ਛਾਲਾਂ ਮਾਰ ਕੇ ਤੁਹਾਡੇ ਘਰ ਪ੍ਰਵੇਸ਼ ਕਰੇਗਾ। ਕਿਸੇ ਤਰ੍ਹਾਂ ਵੀ ਤੁਹਾਡਾ ਇਸ ਤੋਂ ਬਚਾਓ ਨਹੀਂ ਹੋ ਸਕੇਗਾ ਤੇ ਕਲਯੁੱਗ ਤੁਹਾਡੇ ਇਸੇ ਤਰ੍ਹਾਂ ਵਰਤੇਗਾ। ਗੁਰੂ ਜੀ ਦੇ ਇਹ ਵਾਕ ਸੁਣ ਕੇ ਭਾਈ ਰਾਮ ਕੰਵਰ ਜੀ ਨੇ ਹੱਥ ਜੋੜ ਕੇ ਪੁੱਛਿਆ ਕਿ ਇਹ ਜੋ ਤੁਸਾਂ ਵਾਕ ਫਰਮਾਇਆ ਹੈ, ਇਹ ਮੇਰੇ ਸਰੀਰ ਤਿਆਗਣ ਤੋਂ ਕਿਤਨਾ ਚਿਰ ਪਿੱਛੋਂ ਵਰਤੇਗਾ? ਜੇ ਤੁਸੀਂ ਕਿਰਪਾ ਕਰੋ ਤਾਂ ਇਹ ਤੁਹਾਡਾ ਵਾਕ ਤਦੋਂ ਪੂਰਾ ਹੋਵੇ ਜਦੋਂ ਮੇਰੇ ਪੁੱਤਰ ਦੇ ਘਰ ਪੁੱਤਰ ਹੋਵੇ। ਸਤਿਗੁਰੂ ਜੀ ਨੇ ਕਿਹਾ, ਏਵਮ ਸਤ, ਐਸਾ ਹੀ ਹੋਵੇਗਾ। ਭਾਈ ਰਾਮ ਕੰਵਰ ਜੀ ਨੇ, ਜਿਨ੍ਹਾਂ ਦੀ ਮਤ ਗੁਰੂ ਜੀ ਦੇ ਅਨੁਸਾਰ ਸੀ, ਇਹ ਸ਼ਰਾਪ ਬਖਸ਼ਾਉਣ ਵਾਸਤੇ ਗੁਰੂ ਜੀ ਅੱਗੇ ਕੋਈ ਬੇਨਤੀ ਨਾ ਕੀਤੀ ਅਤੇ ਸਭ ਸੱਤ ਕਰਕੇ ਪ੍ਰਵਾਨ ਕਰ ਲਿਆ। ਸਮਾਂ ਪਾ ਕੇ ਜਦੋਂ ਭਾਈ ਰਾਮ ਕੰਵਰ ਜੀ ਦੇ ਘਰ ਪੋਤਰਾ ਜਨਮਿਆ ਤਾਂ ਇਹ ਗੁਰੂ ਜੀ ਦੇ ਵਾਕ ਤਦੋਂ ਸਫਲੇ ਹੋਏ। ਉਸਨੇ ਬਹੁਤ ਕੁਕਰਮ ਕੀਤੇ, ਜਿਨ੍ਹਾਂ ਨਾਲ ਉਹਨਾਂ ਦੀ ਬੰਸ ਦੀ ਬਹੁਤ ਹਾਨੀ ਹੋਈ। ਭਾਈ ਰਾਮ ਕੰਵਰ ਜੀ, ਜਿਨ੍ਹਾਂ ਨੂੰ ਗੁਰੂ ਜੀ ਦਾ ਭਾਣਾ ਮਿੱਠਾ ਲੱਗਦਾ ਸੀ, ਰਾਤ ਦਿਨ ਆਪ ਜੀ ਦੇ ਚਰਨਾਂ ਵਿੱਚ ਇੱਕਸਾਰ ਲਿਵ ਲਾਈ ਰੱਖਦੇ ਸਨ। ਫੇਰ ਵੀ ਗੁਰੂ ਜੀ ਨੇ ਆਪਣੀ ਮਾਇਆ ਵਰਤਾ ਕੇ ਉਹਨਾਂ ਨੂੰ ਭਰੋਸਾ ਦਿੱਤਾ। ਇਹ ਭਾਈ ਜੀ ਦੇ ਪੂਰਬਲੇ ਕਰਮਾਂ ਦਾ ਲੇਖ ਸੀ, ਜਿਸ ਅੱਗੇ ਕੋਈ ਥਿਰ ਨਹੀਂ ਰਹਿ ਸਕਦਾ। ਪਰੰਤੂ ਜਿਸ ਨੂੰ ਸਤਿਗੁਰੂ ਜੀ ਹੱਥ ਦੇ ਕੇ ਇਹਨਾਂ ਪੂਰਬਲੇ ਲੇਖਾਂ ਦੇ ਭੁਗਤਣ ਤੋਂ ਬਚਾਉਣ, ਉਹੀ ਇਹਨਾਂ ਤੋਂ ਬਚ ਸਕਦਾ ਹੈ। ਇੱਕ ਦਿਨ ਭਾਈ ਰਾਮ ਕੰਵਰ ਜੀ ਨੇ ਵੇਖਿਆ ਕਿ ਗੁਰੂ ਜੀ ਦੇ ਅੱਗੇ ਇੱਕ ਬੜਾ ਭਾਰੀ ਧਨੁਖ ਬਾਣ ਪਿਆ ਹੋਇਆ ਹੈ। ਉਸ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਭਰਮ ਹੋ ਗਿਆ ਕਿ ਇਹ ਆਪ ਜੀ ਨੇ ਦਿਖਾਵੇ ਮਾਤਰ ਹੀ ਰੱਖਿਆ ਹੋਵੇਗਾ, ਨਹੀਂ ਤਾਂ ਗੁਰੂ ਜੀ ਆਪਣੇ ਪਤਲੇ ਜਿਹੇ ਸਰੀਰ ਨਾਲ ਇਸ ਨੂੰ ਚੱਕ ਨਹੀਂ ਸਕਦੇ ਹੋਣਗੇ। ਭਾਈ ਜੀ ਦੇ ਮਨ ਦਾ ਸੰਸਾ ਜਾਣ ਕੇ ਸਤਿਗੁਰੂ ਜੀ ਨੇ ਜਾਣ ਦੀ ਤਿਆਰੀ ਕਰਵਾ ਕੇ ਭਾਈ ਜੀ ਨੂੰ ਵੀ ਨਾਲ ਜਾਣ ਵਾਸਤੇ ਬਚਨ ਕੀਤਾ। ਗੁਰੂ ਜੀ ਨੇ ਆਪਣੀ ਸਵਾਰੀ ਵਾਸਤੇ ਪ੍ਰਸ਼ਾਦੀ ਹਾਥੀ ਮੰਗਵਾਇਆ ਤੇ ਹਾਥੀ ਉੱਤੇ ਚੜ੍ਹਨ ਸਮੇਂ ਭਾਈ ਜੀ ਦੇ ਮੋਢੇ ਉੱਤੇ ਹੱਥ ਰੱਖ ਕੇ ਜਦ ਪੈਰ ਚੁੱਕਿਆ ਤਾਂ ਭਾਈ ਜੀ ਨੂੰ ਇਉਂ ਜਾਪਿਆ ਕਿ ਉਹਨਾਂ ਉੱਤੇ ਤ੍ਰਿਲੋਕੀ ਦਾ ਭਾਰ ਪੈ ਗਿਆ ਹੈ, ਜਿਸ ਨਾਲ ਭਾਈ ਜੀ ਦੇ ਪੈਰ ਥਿੜਕਣ ਲੱਗ ਪਏ। ਇੰਨੇ ਸਮੇਂ ਵਿੱਚ ਗੁਰੂ ਜੀ ਦੂਜਾ ਪੈਰ ਚੁੱਕ ਕੇ ਹੌਂਦੇ ਵਿੱਚ ਬੈਠ ਗਏ ਤੇ ਭਾਈ ਜੀ ਨੇ ਪੈਰ ਸੰਭਾਲੇ। ਫਿਰ ਸਤਿਗੁਰੂ ਜੀ ਨੇ ਭਾਈ ਜੀ ਨੂੰ ਆਪਣੇ ਨਾਲ ਹੀ ਹੌਦੇ ਵਿੱਚ ਬਿਠਾ ਲਿਆ ਤੇ ਸ਼ਿਕਾਰ ਨੂੰ ਚੱਲ ਪਏ। ਰਾਸਤੇ ਵਿੱਚ ਗੁਰੂ ਜੀ ਨੇ ਭਾਈ ਜੀ ਨੂੰ ਆਖਿਆ ਕਿ ਜੇ ਤੁਹਾਡੇ ਵਰਗੇ ਸਿੱਖੀ ਦੇ ਥੰਮ ਹੀ ਡੋਲ ਜਾਣ ਤਾਂ ਫਿਰ ਹੋਰਨਾਂ ਦੀ ਕਿਹੜੀ ਗੱਲ ਕਰੀਏ। ਭਾਈ ਜੀ ਨੇ ਲਾਜ ਨਾਲ ਅੱਖਾਂ ਨੀਵੀਆਂ ਕਰਕੇ ਆਖਿਆ, ਸਤਿਗੁਰ ਜੀਓ, ਤੁਹਾਡੀ ਮਾਇਆ ਪ੍ਰਬਲ ਹੈ, ਜਿਸ ਨੇ ਬ੍ਰਹਮਾ ਵਰਗੇ ਦੇਵਤੇ ਵੀ ਭਰਮਾ ਦਿੱਤੇ। ਮੈਂ ਕੌਣ ਵਿਚਾਰਾ ਹਾਂ। ਆਪ ਜੀ ਨੇ ਆਪਣੇ ਬਿਰਧ ਦੀ ਪਾਲਣਾ ਕਰਦੇ ਹੋਏ ਮੇਰੇ ਮਨ ਦਾ ਭਰਮ ਦੂਰ ਕਰ ਦਿੱਤਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।